ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਦਾ ਇਹ ਮੋਰਚਾ ਲੱਗਿਆ ਹੈ, ਇਹ ਹਰ ਇੱਕ ਉਸ ਬੰਦੇ ਦਾ ਮੋਰਚਾ ਹੈ ਜਿਹਨੇ 2 ਟਾਈਮ 2 ਫੁਲਕੇ ਜ਼ਰੂਰ ਛਕਣੇ ਨੇ। ਜਿਹੜਾ ਵੀ ਬੰਦਾ 2 ਰੋਟੀਆਂ ਖਾਂਦਾ ਹੈ, ਜਿਹਦੇ ਘਰ ਵੀ ਚੁੱਲ੍ਹਾ ਬਲਦਾ ਪੰਜਾਬ ਦੇ ਵਿੱਚ, ਇਹ ਉਸ ਦਾ ਮੋਰਚਾ ਹੈ, ਸਿਰਫ ਕਿਸਾਨਾਂ ਦਾ ਮੋਰਚਾ ਨਹੀਂ ਹੈ। ਅੱਜ ਇਹ ਮੋਰਚਾ ਲੱਗਿਆ, ਅਸੀਂ ਇਸ ਦੇ ਸਬੰਧ ਵਿੱਚ ਸਾਰੇ ਹੀ ਸੰਘਰਸ਼ ਕਰ ਰਹੇ ਹਾਂ ਤੇ ਸਾਨੂੰ ਸੰਘਰਸ਼ਾਂ ਜਿਹੜੇ ਪਹਿਲੇ ਸੰਘਰਸ਼ ਹੋਏ ਨੇ ਉਹਨਾਂ ਤੋਂ ਵੀ ਸੇਧ ਲੈਣ ਦੀ ਲੋੜ ਹੈ। ਸਾਰੇ ਕਿਸਾਨੀ ਨਾਲ ਜੁੜੇ ਹੋਏ ਹਾਂ। ਇਹ ਮੋਰਚੇ ਪਹਿਲਾਂ ਵੀ ਲੱਗੇ ਨੇ। ਸਾਡੇ ਸਿੱਖ ਇਤਿਹਾਸ ਤੋਂ ਅਸੀਂ ਅਗਰ ਸੇਧ ਲਈਏ, ਤੁਸੀਂ ਹਰ ਗੌਰਮੈਂਟ ਦੇ ਉਸ ਹੁਕਮ ਦੀ ਜਿਹੜੀ ਉਹ ਜਬਰੀ ਥੋਪਣਾ ਚਾਹੁੰਦਾ ਤੁਹਾਡੇ ਤੇ, ਉਸ ਤੋਂ ਇਨਕਾਰੀ ਹੋਣਾ ਪਊਗਾ। ਉਹ ਕਹਿੰਦਾ ਸੀ ਤੁਹਾਡੀ ਫਸਲ ਦਾ ਮੁੱਲ ਨਹੀਂ ਦੇਣਾ। ਅਗਰ ਅਸੀਂ ਵਜਿੱਦ ਹੋ ਜਾਈਏ, ਅਗਰ ਅਸੀਂ ਫੈਸਲਾ ਕਰ ਲਈਏ ਕਿ ਅਸੀਂ ਤੈਨੂੰ ਫਸਲ ਦੇਣੀ ਹੀ ਨਹੀਂ, ਅਸੀਂ ਤੇਰੇ ਕਣਕ ਭੰਡਾਰਾਂ ਵਿੱਚ ਕਣਕ ਭਰਨੀ ਹੀ ਨਹੀਂ, ਇਸ ਦਾ ਸਾਨੂੰ ਥੋੜਾ ਚਿਰ ਤਾਂ ਔਖਾ ਹੋਊਗਾ। ਪਰ ਜੇਕਰ ਤੁਸੀਂ ਰਾਅ ਮਟੀਰੀਅਲ ਦੇਣ ਦੀ ਬਜਾਏ ਇਸ ਦਾ ਪ੍ਰੋਡਕਟ ਬਣਾ ਕੇ ਅਸੀਂ ਵੇਚਣਾ ਸ਼ੁਰੂ ਕਰੀਏ, ਅਸੀਂ ਕਣਕ ਵੇਚਦੇ ਹਾਂ ਤੇ ਉਸ ਤੋਂ ਦੁੱਗਣੇ ਭਾਅ ਤੇ ਦਾਣਾ ਫੱਕਾ ਖਰੀਦਦੇ ਹਾਂ। ਫਿਰ ਜੇ ਅਸੀਂ ਸਿੱਧਾ ਹੀ ਉਹ ਦਾਣਿਆਂ ਲਈ ਰੱਖ ਕੇ ਆਪਣੇ ਡੰਗਰਾਂ ਨੂੰ ਪਾ ਕੇ ਦੁੱਧ ਦਾ ਉਤਪਾਦਨ ਸ਼ੁਰੂ ਕਰੀਏ, ਅਸੀਂ ਪੋਲਟਰੀ ਸ਼ੁਰੂ ਕਰੀਏ, ਅਸੀਂ ਉਹੀ ਕਣਕ ਆਪਣੇ ਦਾਣੇ ਲਈ ਵਰਤੀਏ, ਪ੍ਰੋਡਕਟ ਵੇਚੀਏ, ਤਾਂ ਅਸੀਂ ਇਸ ਗੌਰਮੈਂਟ ਦਾ ਮੁਕਾਬਲਾ ਕਰ ਸਕਦੇ ਹਾਂ। ਬਾਕੀ ਇੱਕ ਸਿੱਖ ਕੌਮ ਦਾ ਸਿਸਟਮ ਹੈ ਜਿਸ ਨੂੰ ਅਸੀਂ ਸਿਲੈਕਸ਼ਨ ਸਿਸਟਮ ਕਹਿੰਦੇ ਹਾਂ, ਜਿਹੜਾ ਕਿ ਗੌਰਮੈਂਟ ਨੇ ਖਤਮ ਕੀਤਾ। ਅੱਜ ਅਸੀਂ ਇਲੈਕਸ਼ਨ ਸਿਸਟਮ ਦੇ ਵਿੱਚ ਆਏ ਹਾਂ, ਪਰ ਜੇ ਸਿੱਖ ਇਤਿਹਾਸ ਪੜ੍ਹੀਏ, ਇੱਥੇ ਸਿਲੈਕਸ਼ਨ ਸਿਸਟਮ ਸੀ। ਅਸੀਂ ਬਹੁਤ ਸਿਆਣੇ ਵਿਅਕਤੀਆਂ ਦੇ ਹੱਥ ਵਾਗਡੋਰ ਦਿੰਦੇ ਸੀ ਆਪਣੀ ਸਿੱਖ ਕੌਮ ਦੀ। ਅਸੀਂ ਉਹਨਾਂ ਨੂੰ ਜਥੇਦਾਰ ਥਾਪਦੇ ਸੀ, ਜਿਸ ਨੂੰ ਅਸੀਂ ਪੰਚ ਪ੍ਰਧਾਨੀ ਕਹਿੰਦੇ ਹਾਂ। ਕਦੇ ਵੀ ਪਾਵਰ ਨੂੰ ਸੈਂਟਰਲਾਈਜ਼ ਨਾ ਕੀਤਾ ਜਾਵੇ। ਅਗਰ ਅਸੀਂ ਕੋਈ ਵੀ ਜੰਗ ਜਿੱਤਣੀ ਹੈ, ਅਸੀਂ ਮੋਰਚੇ ਲਾਉਣੇ ਨੇ। ਜੇ ਅਸੀਂ ਇੱਕ ਬੰਦੇ ਦੇ ਹੱਥ ਵਿੱਚ ਪਾਵਰ ਦੇ ਦਿੱਤੀ ਤਾਂ ਉਹ ਸਾਡਾ ਸੌਦਾ ਕਰਕੇ ਲੀਡਰ ਮੁੜ ਕੇ ਸਾਨੂੰ ਲੱਭਦਾ ਨਹੀਂ, ਉਹ ਸਾਨੂੰ ਮੂੰਹ ਵੀ ਨਹੀਂ ਵਿਖਾਉਂਦਾ। ਇਸ ਲਈ ਕਿਸੇ ਵੀ ਇੱਕ ਲੀਡਰ ਨੂੰ ਤੁਸੀਂ ਵਾਗਡੋਰ ਨਾ ਸੌਂਪ ਕੇ, ਅਗਰ ਅਸੀਂ ਪੰਜ ਪ੍ਰਧਾਨੀ ਸਿਸਟਮ ਰੱਖੀਏ, ਆਪਣੀ 11 ਮੈਂਬਰੀ ਕਮੇਟੀ ਜਾਂ 5 ਮੈਂਬਰੀ ਕਮੇਟੀ ਦੇ ਹੱਥ ਸਾਰੇ ਅਧਿਕਾਰ ਸੌਂਪੀਏ, ਤਾਂ ਕਿ ਸਾਡਾ ਸੰਘਰਸ਼ ਕਿਤੇ ਵੀ ਤਾਰੋ ਪੀਡੋ ਨਾ ਹੋਵੇ ਤੇ ਗੱਲਬਾਤ ਇਮਾਨਦਾਰੀ ਨਾਲ ਹੋ ਸਕੇ। ਸੰਘਰਸ਼ ਉਹੀ ਸਫਲ ਹੁੰਦੇ ਨੇ ਜਿਹੜੇ ਸ਼ਾਂਤਮਈ ਹੁੰਦੇ ਨੇ। ਇਸ ਸੰਘਰਸ਼ ਦੇ ਦੌਰਾਨ ਅਗਰ ਅਸੀਂ ਸ਼ਾਂਤਮਈ ਰਹਾਂਗੇ, ਸ਼ਾਂਤਮਈ ਰਹਿ ਕੇ ਸੰਘਰਸ਼ ਕਰਾਂਗੇ, ਅਸੀਂ ਬਹੁਤ ਕੁਝ ਪ੍ਰਾਪਤ ਕਰ ਲਾਂਗੇ। ਤੇ ਰਹੀ ਗੱਲ ਲੀਡਰਾਂ ਦੀ, ਕਈ ਵਾਰ
ਸਾਡੇ ਵਿੱਚ ਗੌਰਮੈਂਟ ਦੇ ਆਪਣੇ ਬੰਦੇ ਹੀ ਘੁਸਪੈਠ ਕਰ ਜਾਂਦੇ ਨੇ। ਅਸੀਂ ਉਹਨਾਂ ਨੂੰ ਪਛਾਣਾਂਗੇ ਕਿਵੇਂ? ਇਸ ਦਾ ਵੀ ਇਤਿਹਾਸ ਗਵਾਹ ਹੈ। ਅਸੀਂ ਇਤਿਹਾਸ ਤੋਂ ਸਬਕ ਲੈਂਦੇ ਹੋਏ ਕਹਿੰਦੇ ਆਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਇੱਕ ਸ਼ੇਰ ਵੇਖਿਆ ਗਿਆ। ਉਹ ਹਰੀਆਂ ਭਰੀਆਂ ਵਾਦੀਆਂ ਦੇ ਵਿੱਚ ਸ਼ੇਰ ਫਿਰਦਾ ਵੇਖਿਆ। ਇਲਾਕੇ ਵਿੱਚ ਰੌਲਾ ਪੈ ਗਿਆ ਤੇ ਸੰਗਤਾਂ ਉੱਥੋਂ ਆਲੇ ਦੁਆਲੇ ਦੇ ਲੋਕ ਡਰ ਦੇ ਨਾਲ ਗੁਰੂ ਸਾਹਿਬ ਕੋਲ ਆ ਕੇ ਬੇਨਤੀ ਕੀਤੀ ਵੀ ਗੁਰੂ ਸਾਹਿਬ ਇੱਕ ਸ਼ੇਰ ਫਿਰ ਰਿਹਾ ਇੱਥੇ, ਉਹਨੂੰ ਫੜਿਆ ਜਾਏ, ਉਹਦਾ ਸ਼ਿਕਾਰ ਕੀਤਾ ਜਾਏ। ਗੁਰੂ ਸਾਹਿਬ ਨੇ ਸਿੱਖਾਂ ਨੂੰ ਹੱਸ ਪਏ, ਕਿਉਂਕਿ ਗੁਰੂ ਸਾਹਿਬ ਨੇ ਤਾਂ ਸਬਕ ਦੇਣਾ ਸੀ ਸਿੱਖਾਂ ਨੂੰ। ਜਦੋਂ ਉਹ ਸ਼ੇਰ ਦੇ ਉੱਤੇ ਨਿਗਰਾਨੀ ਕਰਨ ਲਈ ਕਿਹਾ ਵੀ ਉਹ ਕਰਦਾ ਕੀ ਹੈ, ਉਸ ਨੇ ਕਿਸੇ ਦਾ ਨੁਕਸਾਨ ਕੀਤਾ ਅਜੇ? ਕਹਿੰਦੇ ਨਹੀਂ ਜੀ। ਕੋਈ ਮਾਰਿਆ? ਕਹਿੰਦੇ ਨਹੀਂ। ਕਹਿੰਦੇ ਬਸ ਉਹ ਅਸੀਂ ਫਿਰਦਾ ਦੇਖ ਰਹੇ ਹਾਂ। ਜਦੋਂ ਉਹ ਸ਼ੇਰ, ਗੁਰੂ ਸਾਹਿਬ ਨੇ ਕਿਹਾ ਐਵੇਂ ਜੰਗਲੀ ਜੀਵ ਹੈ, ਮਾਰਨਾ ਨਹੀਂ ਹੈ ਜੇ ਉਹ ਨੁਕਸਾਨ ਨਹੀਂ ਕਰਦਾ। ਅਖੀਰ ਤੇ ਉਹ ਸ਼ੇਰ ਤੇ ਨਿਗਰਾਨੀ ਰੱਖੀ। ਉਹ ਐਕਚੁਅਲ ਕੀ ਸੀ? ਗੁਰੂ ਸਾਹਿਬ ਨੇ ਨੱਥੂ ਘੁਮਾਰ ਦਾ ਇੱਕ ਗਧਾ ਫੜ ਕੇ ਉਸ ਨੂੰ ਸ਼ੇਰ ਦੀ ਖੱਲ ਪਵਾ ਕੇ ਉਹ ਇਲਾਕੇ ਵਿੱਚ ਛੱਡਤਾ ਸੀ, ਛੱਡਿਆ ਸੀ ਦੂਰ ਜੰਗਲ ਵਿੱਚ। ਉਹ ਹੌਲੀ ਹੌਲੀ ਹਰੀਆਂ ਚਰਦਾ ਚਰਦਾ ਸ਼ਹਿਰ ਦੇ ਨੇੜੇ ਆ ਗਿਆ। ਇੱਕ ਦਿਨ ਕੀ ਹੋਇਆ, ਉਧਰੋਂ ਨੱਥੂ ਘੁਮਾਰ ਦੇ ਗਧੇ ਜਦੋਂ ਹਿੰਗਣ ਲੱਗੇ, ਉਹ ਗਧੇ ਨੇ ਵੀ ਆਵਾਜ਼ ਸੁਣੀ, ਉਹਨੇ ਵੀ ਆਪਣੀ ਹਵਾਂਕ ਸ਼ੁਰੂ ਕਰਤੀ। ਉਧਰੋਂ ਉਹਨੇ ਸੁਰ ਨਾਲ ਸੁਰ ਮਿਲਾਣੀ ਸ਼ੁਰੂ ਕਰਤੀ। ਤੇ ਜਦੋਂ ਨਿਗਰਾਨੀ ਕਰਨ ਲਈ ਕਿਹਾ ਸੀ ਜਿਨ੍ਹਾਂ ਸਿੱਖਾਂ ਨੂੰ, ਉਹ ਬੜੇ ਹੈਰਾਨ ਹੋਏ ਵੀ ਇਹ ਸ਼ੇਰ ਤਾਂ ਗਧੇ ਦੀ ਆਵਾਜ਼ ਕੱਢਦਾ ਹੈ। ਗੁਰੂ ਸਾਹਿਬ ਕਹਿੰਦੇ ਇਹਨੂੰ ਫੜ ਕੇ ਲਿਆਓ। ਉਹ ਜਦੋਂ ਫੜਿਆ, ਸ਼ੇਰ ਦੀ ਖੱਲ ਉਤਾਰੀ, ਵਿੱਚੋਂ ਗਧਾ ਨਿਕਲਿਆ। ਕਹਿੰਦੇ ਵੀ ਇਹ ਕੀ ਹੈ? ਇਹ ਕਹਿੰਦੇ ਤੁਹਾਡੇ ਵਿੱਚ, ਇਹ ਸ਼ੇਰਾਂ ਦੀ ਕੌਮ ਦੇ ਵਿੱਚ ਗਧੇ ਵੀ ਰਲ ਜਾਣਗੇ। ਤੁਹਾਡੇ ਵਿੱਚ ਸਰਕਾਰਾਂ ਦੇ ਗਧੇ ਆ ਕੇ ਰਲ ਜਾਣਗੇ, ਪਰ ਕਹਿੰਦੇ ਪਛਾਣ ਕਿੱਥੋਂ ਹੋਊਗੀ ਵੀ ਇਹ ਸ਼ੇਰ ਹੈ ਕਿ ਗਧਾ ਹੈ? ਉਹ ਕਹਿੰਦੇ ਸ਼ੇਰ ਦੀ ਖੱਲ ਤਾਂ ਪਾਈ ਹੋਊਗੀ, ਪਰ ਉਹ ਬੋਲੀ ਨੱਥੂ ਘੁਮਾਰ ਦੇ ਗਧਿਆਂ ਵਾਲੀ ਹੀ ਬੋਲਣਗੇ। ਜਦੋਂ ਤੁਹਾਡਾ ਕੋਈ ਲੀਡਰ ਤੁਹਾਡੀ ਬੋਲੀ ਨਾ ਬੋਲ ਕੇ ਉਹੀ ਸਰਕਾਰ ਦੀ ਬੋਲੀ ਬੋਲੇ, ਤਾਂ ਇਹ ਸਮਝ ਲਿਓ ਵੀ ਨੱਥੂ ਘੁਮਾਰ ਦਾ ਗਧਾ ਵੈ, ਤੁਹਾਡੇ ਵਿੱਚ ਖੱਲ ਪਾ ਕੇ ਆਇਆ ਹੋਇਆ। ਇਤਿਹਾਸ ਤੋਂ ਸਬਕ ਲੈਣਾ ਹੈ। ਉਹੀ ਕੌਮਾਂ ਜਿਉਂਦੀਆਂ ਨੇ, ਉਹੀ ਸੰਘਰਸ਼ ਸਫਲ ਹੁੰਦੇ ਨੇ ਜਿਹੜੇ ਸੰਘਰਸ਼ ਆਪਣੀਆਂ ਊਣ ਤਾਈਆਂ ਨੂੰ ਸਮਝਦੇ ਨੇ ਤੇ ਉਹਨਾਂ ਨੂੰ ਦੂਰ ਕਰਦੇ ਨੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਪਤਨ ਦਾ ਇੱਕ ਕਾਰਨ ਇਤਿਹਾਸਕਾਰ ਇਹ ਵੀ ਦੱਸਦੇ ਨੇ ਕਿ ਜਿਨ੍ਹਾਂ ਸਤੰਭਾਂ ਦੇ ਉੱਤੇ, ਜਿਨ੍ਹਾਂ ਜਰਨੈਲਾਂ ਦੀ ਕਿਰਪਾ ਦੇ ਨਾਲ ਉਹ ਰਾਜ ਜਿਹੜਾ ਸੀ ਉਸਾਰਿਆ ਗਿਆ ਸੀ, ਉਹਨਾਂ ਜਰਨੈਲਾਂ ਨੂੰ ਇੱਕ ਪਾਸੇ ਕਰਕੇ ਰਾਜ ਸਤਾ ਜਿਹੜੀ ਸੀ, ਰਾਜ ਮਾਣਨ ਦਾ ਹੱਕ ਕਿਸੇ ਹੋਰ ਨੂੰ ਦੇ ਦਿੱਤਾ ਗਿਆ। ਕਿਉਂਕਿ ਸੰਘਰਸ਼ ਕਰਨ ਵਾਲੇ ਹਮੇਸ਼ਾ ਸ਼ਹੀਦ ਹੀ ਹੁੰਦੇ ਨੇ, ਸੰਘਰਸ਼ ਕਰਨ ਵਾਲੇ ਹਮੇਸ਼ਾ ਖੁਆਰ ਹੀ ਹੁੰਦੇ ਨੇ, ਤੇ ਮਲਾਈ ਖਾਣ ਵਾਲੇ ਹੋਰ ਹੁੰਦੇ ਨੇ। ਉਹ ਜਦੋਂ ਫਲ ਲੱਗਦਾ, ਫਲ ਤੋੜਨ ਵਾਲੇ ਹੋਰ ਹੁੰਦੇ ਨੇ।
ਇਸ ਚੀਜ਼ ਦਾ ਵੀ ਖਿਆਲ ਰੱਖਣਾ ਪਊਗਾ ਤਾਂ ਕਿ ਜਿਹੜੇ ਉਸਰਈਏ ਨੇ, ਜਿਹੜੇ ਸੰਘਰਸ਼ ਲੜ ਰਹੇ ਨੇ, ਇਹਨਾਂ ਨੂੰ ਜਿਹੜੀ ਵਾਗਡੋਰ ਇਹਨਾਂ ਨੇ ਦੇਣੀ ਹੈ ਉਹ ਬਿਲਕੁਲ ਸੁਚੱਜੇ ਬੰਦਿਆਂ ਦੇ ਹੱਥ ਹੀ ਆਪਣੀ ਰੱਖਣ ਤਾਂ ਕਿ ਇਹ ਸੰਘਰਸ਼ ਜਿਹੜਾ ਕਾਮਯਾਬ ਹੋ ਸਕੇ। ਬਾਕੀ ਤੁਸੀਂ ਆਪ ਸਿਆਣੇ ਹੋ, ਸ਼ਾਂਤਮਈ ਰਹਿ ਕੇ ਸੰਘਰਸ਼ ਜਿਹੜਾ ਹੈ ਇਸ ਨੂੰ ਜਾਰੀ ਰੱਖੋ। ਗੁਰੂ ਸਾਹਿਬਾਂ ਨੇ ਹਰ ਇੱਕ ਉਸ ਦੀ, ਜਦੋਂ ਕਿ ਸਲਤਨਤ ਕਹਿੰਦੀ ਸੀ ਕਿ ਸਿੱਖ ਪਗੜੀ ਨਹੀਂ ਬੰਨੂਗਾ, ਸਿੱਖ ਸਾਹਿਬ ਗੁਰੂ ਸਾਹਿਬ ਨੇ ਕਿਹਾ ਸਿੱਖ ਪਗੜੀ ਬੰਨੂਗਾ, ਕਿਉਂਕਿ ਰਾਜ ਤੋਂ ਬਿਨਾਂ ਕੋਈ ਪੱਗ ਨਹੀਂ ਸੀ ਬੰਨ ਸਕਦਾ, ਕੋਈ ਘੋੜੇ ਤੇ ਨਹੀਂ ਸੀ ਚੜ੍ਹ ਸਕਦਾ, ਕੋਈ ਹਥਿਆਰ ਨਹੀਂ ਸੀ ਰੱਖ ਸਕਦਾ। ਗੁਰੂ ਸਾਹਿਬ ਨੇ ਸਾਰੀਆਂ ਸ਼ਰਤਾਂ ਸਿੱਖ ਨੂੰ ਉਲਟਾ ਕੇ ਦਿੱਤੀਆਂ ਤੇ ਪੂਰਾ ਕੀਤਾ ਉਹਨਾਂ ਨੂੰ। ਜੇਕਰ ਅਸੀਂ ਉਸ ਦਾ ਮੁਕਾਬਲਾ ਕਰਨਾ ਹੈ, ਗੌਰਮੈਂਟ ਬਹੁਤ ਵੱਡੀ ਹੈ, ਸ਼ਾਸਨ ਬਹੁਤ ਵੱਡਾ ਹੁੰਦਾ ਹੈ। ਜੇ ਅਸੀਂ ਕਹੀਏ ਸਿੱਧੀ ਹਥਿਆਰਬੰਦ ਜੰਗ ਨਹੀਂ ਲੜੀ ਜਾ ਸਕਦੀ, ਪਰ ਸ਼ਾਂਤਮਈ ਸੰਘਰਸ਼ਾਂ ਨਾਲ ਗੌਰਮੈਂਟ ਨੂੰ ਨਵਾਇਆ ਜਾ ਸਕਦਾ ਹੈ। ਅਸੀਂ ਅਗਰ, ਕਿਉਂਕਿ ਜੰਗ ਜਿਹੜੀ ਆ ਰੋਟੀਆਂ ਦੀ ਹੈ, ਚੁੱਲ੍ਹੇ ਦੀ ਹੈ, ਇਹ ਇਕੱਲੀ ਖੇਤੀ ਦੀ ਜੰਗ ਨਹੀਂ ਹੈ। ਇੱਕ ਜ਼ਿਮੀਂਦਾਰ ਨੂੰ ਸਰੋਂ ਦਾ ਤੇਲ ਘਰ ਦਾ ਹੈ, ਕਣਕ ਘਰ ਦੀ ਹੈ, ਮੱਕੀ ਘਰ ਦੀ ਹੈ, ਸਾਡਾ ਬਾਜਰਾ ਘਰ ਦਾ ਹੈ, ਮਿਰਚ ਘਰ ਦੀ, ਹਲਦੀ ਘਰ ਦੀ, ਹਰ ਮਸਾਲਾ ਘਰ ਦਾ ਸਾਡਾ, ਦੇਸੀ ਘਿਓ ਘਰ ਦਾ, ਗੁੜ ਘਰ ਦਾ ਸਾਡਾ। ਸਾਡੇ ਕੋਲ ਕੀ ਨਹੀਂ ਹੈ, ਸਿਰਫ ਇੱਕ ਨਮਕ ਲੈਣ ਲਈ ਸਾਨੂੰ ਸ਼ਹਿਰ ਆਉਣਾ ਪੈਂਦਾ, ਔਰ 6 ਮਹੀਨੇ ਦੇ ਵਿੱਚ ਇੱਕ ਗੇੜਾ ਵੀ ਅਸੀਂ ਸ਼ਹਿਰ ਮਾਰ ਜਾਈਏ, ਮੇਰਾ ਖਿਆਲ ਹੈ ਕਿ ਉਹਦੇ ਨਾਲ ਸਰ ਜਾਂਦਾ ਹੈ। ਪਰ ਸਾਨੂੰ 2 ਫਸਲੀ ਚੱਕਰ ਜਿਹੜਾ ਦਿੱਤਾ ਗਿਆ ਹੈ ਕਿ ਤੂੰ ਸਿਰਫ 2 ਫਸਲਾਂ ਹੀ ਕਰ, ਬਾਕੀ ਸਾਰਾ ਕੁਝ ਤੂੰ ਸਾਡੇ ਤੋਂ ਲੈ, ਇਹ ਵੀ ਗਲਤ ਹੈ। ਸਾਨੂੰ ਇਸ ਫਸਲੀ ਚੱਕਰ ਦੇ ਵਿੱਚੋਂ ਨਿਕਲ ਕੇ ਸਾਨੂੰ ਹਰ ਇੱਕ ਚੀਜ਼ ਆਪਣੀ ਤਰਜ਼ ਤੇ ਹੀ, ਆਪਣੇ ਦਿਮਾਗ ਨਾਲ ਹੀ ਖੇਤੀ ਕਰਨੀ ਚਾਹੀਦੀ ਹੈ, ਕਿਉਂਕਿ ਖੇਤੀ ਜਿਹੜੀ ਹੈ ਇਹ ਉੱਤਮ ਹੈ। ਖੇਤੀ ਇੱਕ ਕਿਰਤ ਹੈ ਸਾਡੀ, ਔਰ ਵਰਕ ਕਲਚਰ ਜਿਹੜਾ ਸਾਡੇ ਜ਼ਿਮੀਂਦਾਰਾਂ ਵਿੱਚੋਂ ਖਤਮ ਹੋ ਚੁੱਕਿਆ ਹੈ, ਇਸ ਨੂੰ ਦੁਬਾਰਾ ਅਪਣਾਉਣ ਦੀ ਲੋੜ ਹੈ। ਸਾਡੇ ਜਿਹੜੀ ਨੌਜਵਾਨ ਪੀੜ੍ਹੀ ਹੈ ਇਹ ਕੰਮ ਕਰਕੇ ਰਾਜੀ ਨਹੀਂ ਹੈ। ਇਹਨਾਂ ਨੂੰ ਬੇਨਤੀ ਹੈ ਕਿ ਹੁਣ ਤੁਸੀਂ ਕੰਮ ਕਰਨ ਲੱਗ ਜਾਓ, ਆਪ ਇਹ ਸੰਭਾਲੋ। ਜਿੱਥੇ ਐਡੇ ਐਡੇ ਮੋਰਚੇ ਲਾ ਰਹੇ ਹੋ ਉੱਥੇ ਤੁਸੀਂ ਕੰਮ ਵੀ ਕਰੋ ਹੱਥੀਂ, ਔਰ ਕੋਈ ਐਸੀ ਗੱਲ ਨਹੀਂ ਹੈ, ਕੋਈ ਐਸਾ ਸੰਘਰਸ਼ ਨਹੀਂ ਜਿਹੜਾ ਤੁਸੀਂ ਜਿੱਤ ਨਾ ਸਕੋ। ਇਹਨਾਂ ਕਹਿੰਦੇ ਹੋਇਆ ਮੈਂ ਫਤਿਹ ਬੁਲਾਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।